ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ, ਦੇਸ਼ ਤੇ ਦੁਨੀਆ ਦੀਆਂ तमाम ਖਬਰਾਂ ਤੇ ਵੱਡੀਆਂ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਪੰਜਾਬ ਦੀ ਵੱਡੀ ਖਬਰ ਤੇ। ਸੁਖਜਿੰਦਰ ਸਿੰਘ ਰੰਧਾਵਾ ਨੂੰ ਹੁਣ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਉੱਠੀ ਹੈ। ਕਿਉਂ ਇਹ ਮੰਗ ਉੱਠੀ ਹੈ ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਗੋਂ ਕੀ ਕਿਹਾ ਹੈ, ਉਸ ਮਾਮਲੇ ਤੇ ਗੱਲਬਾਤ ਕਰਾਂਗੇ। ਬਾਅਦ ਚ ਗੱਲਬਾਤ ਕਰਾਂਗੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਵੱਲੋਂ ਵੀ ਇੱਕ ਵੱਡਾ ਬਿਆਨ ਦਿੱਤਾ ਗਿਆ। ਕਿਸ ਮਾਮਲੇ 'ਚ ਇਹ ਵੱਡਾ ਬਿਆਨ ਆਇਆ, ਇਸ ਤੇ ਵਿਸਤਾਰਪੂਰਵਕ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਗੱਲਬਾਤ ਕਰਾਂਗੇ ਸੁਖਬੀਰ ਸਿੰਘ ਜਿਹੜੇ ਬਾਦਲ ਨੇ, ਉਹਨਾਂ ਦੇ ਵੱਲੋਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਹੈ ਜਿਹੜੀ, ਉਹਦੇ ਉੱਪਰ ਖਦਸ਼ੇ ਜਤਾਏ ਨੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਜਿਹੜੇ ਉਹ ਵੱਧ ਤੋਂ ਬੱਤਰ ਹੋ ਚੁੱਕੇ ਨੇ। ਕਿਉਂ ਸੁਖਬੀਰ ਬਾਦਲ ਇਹ ਗੱਲ ਕਹਿ ਰਹੇ ਨੇ? ਗੈਂਗਸਟਰ ਸ਼ਰੇਆਮ ਗੋਲੀਆਂ ਮਾਰ ਰਹੇ ਨੇ ਪੁਲਿਸ ਨੂੰ। ਹੋਰ ਵੀ ਬਹੁਤ ਸਾਰੀਆਂ ਘਟਨਾਵਾਂ ਪੰਜਾਬ ਦੇ ਅੰਦਰ ਵਾਪਰ ਰਹੀਆਂ ਨੇ, ਉਹਦੇ ਕਰਕੇ ਉਹਨਾਂ ਦੇ ਖਦਸ਼ੇ ਜਤਾਏ ਗਏ। ਹੋਰ ਕੀ ਕੁਝ ਕਹਿੰਦੇ ਨੇ, ਇਸ ਮਾਮਲੇ ਤੇ ਵੀ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਭਗਵੰਤ ਮਾਨ ਵੀ ਹੁਣ ਐਕਸ਼ਨ ਮੂਡ ਦੇ ਵਿੱਚ ਨੇ। ਇੱਕ ਚਿੱਠੀ ਲਿਖੀ ਗਈ ਹੈ, ਕਿਸ ਮਾਮਲੇ ਤੇ ਕਿਹਨੂੰ ਲਿਖੀ ਗਈ ਹੈ ਚਿੱਠੀ, ਇਸ ਤੇ ਵੀ ਗੱਲਬਾਤ ਕਰਾਂਗੇ। ਤੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਭਾਰਤ ਤੋਂ ਬਾਹਰ ਦੀ। ਨੇਪਾਲ ਦੇ ਵਿੱਚ ਸਰਕਾਰ ਡਿੱਗੀ ਹੈ, ਕਿਸ ਤਰੀਕੇ ਦੇ ਨਾਲ ਸਰਕਾਰ ਸੁੱਟੀ ਗਈ ਹੈ, ਕਿਉਂ ਸਰਕਾਰ ਡਿੱਗੀ ਤੇ ਹੁਣ ਅੱਗੇ ਕੀ ਹੋਣ ਵਾਲਾ, ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ। ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਰਹਿਣਗੇ ਡਾਕਟਰ ਭੀਮੇਂਦਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਸ਼ੁਰੂਆਤ ਜਿਹੜੀ ਹੈ ਆਪਾਂ ਸੁਖਜਿੰਦਰ ਸਿੰਘ ਰੰਧਾਵਾ ਤੋਂ ਹੀ ਕਰੀਏ। ਸੁਖਜਿੰਦਰ ਸਿੰਘ ਰੰਧਾਵਾ ਨੂੰ ਦੱਸੀਏ ਕਿ ਆਪਣੇ ਦਰਸ਼ਕਾਂ ਨੂੰ ਕਿ ਬਰਖਾਸਤ ਕਰਨ ਦੀ ਮੰਗ ਕਿਉਂ ਉੱਠੀ ਹੈ, ਕਿਹਦੇ ਵੱਲੋਂ ਉੱਠੀ ਹੈ, ਤੇ ਹੁਣ ਸੁਖਜਿੰਦਰ ਸਿੰਘ ਰੰਧਾਵਾ ਕੀ ਕਹਿੰਦੇ ਨੇ? ਸੁਖਵਿੰਦਰ ਜੀ, ਸੁਖਜਿੰਦਰ ਸਿੰਘ ਰੰਧਾਵਾ ਜਿਵੇਂ ਆਪਾਂ ਨੂੰ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਚਰਚਾ ਦਾ ਵਿਸ਼ਾ ਰਹੇ ਨੇ। ਚਾਹੇ ਉਹ ਜਦੋਂ ਵਿਰੋਧੀ ਗਰੁੱਪ ਚੱਲ ਰਿਹਾ ਸੀਗਾ ਕੈਪਟਨ ਦਾ, ਉਹਦੇ ਵਿੱਚ ਵੀ ਉਹਨਾਂ ਦੀ ਬਿਆਨਬਾਜ਼ੀ ਲਗਾਤਾਰ ਜਿਹੜੀ ਹੈਗੀ ਹੈ ਆਈ ਹੈ। ਔਰ ਇਸ ਤੋਂ ਇਲਾਵਾ ਜਦੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਕੈਪਟਨ ਸਾਹਿਬ ਨੂੰ, ਉਦੋਂ ਵੀ ਉਹ ਚਰਚਾ ਦੇ ਵਿੱਚ ਰਹੇ ਨੇ। ਸੋ ਇਸ ਕਰਕੇ ਹੁਣ ਇੱਕ ਨਵਾਂ ਕੇਸ ਜਿਹੜਾ ਹੈਗਾ ਉਹ ਕੱਢਿਆ ਜਾ ਰਿਹਾ ਅਕਾਲੀ ਦਲ ਦੇ ਦੁਆਰਾ। ਔਰ ਅਕਾਲੀ ਦਲ ਹੋਰਾਂ ਦਾ ਜਿਹੜਾ ਖਾਸ ਤੌਰ ਤੇ ਜਿਹੜੇ ਉਹਨਾਂ ਦੇ ਜਨਰਲ ਸੈਕਟਰੀ ਨੇ ਡਾਕਟਰ ਚੀਮਾ ਜੀ, ਉਹਨਾਂ ਦਾ ਬਿਆਨ ਇਸ ਲਈ ਆਇਆ ਕਿ ਉਹਨਾਂ ਨੇ ਦੋਸ਼ ਲਾਇਆ ਕਿ ਜੋ ਪਿਛਲਾ ਇੱਕ ਘਪਲਾ ਹੋਇਆ ਇਹਨਾਂ ਦੇ ਪੀਏ ਦੇ ਦੁਆਰਾ, ਕੋਈ ਜਦੋਂ ਇਹ ਬਹੁਤ ਮਤਲਬ ਕਈ ਲੱਖਾਂ ਦਾ ਕੋਈ ਸੌਦਾ ਹੋਇਆ ਸੀਗਾ, ਉਸ ਸੌਦੇ ਦੇ ਵਿੱਚ ਘਪਲੇਬਾਜ਼ੀ ਹੋਈ ਹੈ। ਔਰ ਉਹਨਾਂ ਨੇ ਇਹ ਵੀ ਕਿਹਾ ਚੀਮਾ ਸਾਹਿਬ ਨੇ ਕਿ ਉਹਦੇ ਵਿੱਚ ਰੰਧਾਵਾ ਸਾਹਿਬ ਦਾ ਜਿਹੜੀ ਹਿੱਸੇਦਾਰੀ ਹੈ ਉਹ ਵੀ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ। ਸੋ ਇਸ ਕਰਕੇ ਇੱਕ ਮੰਗ ਉੱਠੀ ਹੈ ਅਕਾਲੀ ਦਲ ਦੇ ਦੁਆਰਾ ਕਿ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਪਰ ਮੈਨੂੰ ਲੱਗਦਾ ਹੈ ਕਿ ਜਿਹੜਾ ਨਾਲ ਹੀ ਉਹਨਾਂ ਦਾ ਸਪਸ਼ਟੀਕਰਨ ਆਇਆ ਹੈ ਰੰਧਾਵਾ ਸਾਹਿਬ ਦਾ, ਉਹਦੇ ਵਿੱਚ ਇਹੀ ਹੈ ਕਿ ਜਦੋਂ ਇਹ ਇਨਵੈਸਟੀਗੇਸ਼ਨ ਹੋ ਰਹੀ ਸੀਗੀ ਤਾਂ ਉਹਨਾਂ ਨੇ ਖੁਦ ਕਿਹਾ ਸੀਗਾ ਕਿ ਮੈਂ ਇਸ ਇਨਵੈਸਟੀਗੇਸ਼ਨ ਦੇ ਵਿੱਚ ਪੂਰੇ ਤੌਰ ਤੇ ਜਿਹੜਾ ਹੈਗਾ ਸ਼ਰੀਕ ਹੋਵਾਂਗਾ ਔਰ ਇਹਦੇ ਵਿੱਚ ਪੂਰੀ ਜਿਹੜੀ ਹੈਗੀ ਪੁਲਿਸ ਨੂੰ ਜੋ ਵੀ ਕਾਰਵਾਈ ਹੋਏਗੀ ਉਹ ਕਰਨੀ ਚਾਹੀਦੀ ਹੈ। ਜਦੋਂ ਮਾਮਲਾ ਪੜਿਆ ਗਿਆ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਤੇ ਕਹਿੰਦੇ ਮੈਂ ਖੁਦ ਇੰਟੈਲੀਜੈਂਸ ਬਿਊਰੋ ਦੇ ਆਈਬੀ ਦੇ ਪੰਜਾਬ ਨੂੰ ਕਹਿੰਦੇ ਜਿਹੜੇ ਉਹਨਾਂ ਦਾ ਹੈੱਡ ਹੈ ਉਹਨੂੰ ਫੋਨ ਕਰਕੇ ਕਿਹਾ ਕਿ ਇਸ ਮਾਮਲੇ ਦੀ ਨਿਰਪੱਖ ਤੌਰ ਤੇ ਜਿਹੜੀ ਜਾਂਚ ਹੋਣੀ ਚਾਹੀਦੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਸ ਬਿਆਨ ਤੋਂ ਬਾਅਦ ਰੰਧਾਵਾ ਸਾਹਿਬ ਤੋਂ ਜਿਹੜਾ ਬਿਆਨ ਹੈ ਉਸ ਤੋਂ ਬਾਅਦ ਕਾਫੀ ਗੱਲ ਜਿਹੜੀ ਹੈਗੀ ਕਲੀਅਰ ਹੋ ਚੁੱਕੀ ਹੈ। ਸੋ ਆਪਾਂ ਨੂੰ ਪਤਾ ਹੈ ਕਿ ਜਿਹੜਾ ਵਿਰੋਧੀ ਧਿਰ ਹੁੰਦੀ ਹੈ ਉਹ ਇੱਦਾਂ ਦੇ ਮਸਲੇ ਜਿਹੜੇ ਨੇ ਉਹ ਉਭਾਰਦੀ ਹੈ, ਪਰ ਇਹਦੇ ਵਿੱਚੋਂ ਕੱਢਣ ਪਾਉਣ ਵਾਲੇ ਕੋਈ ਅਗਲੇ ਦਿਨਾਂ ਦੇ ਵਿੱਚ ਕੋਈ ਲੱਗਦਾ ਨਹੀਂ ਹੈ। ਔਰ ਜਿਵੇਂ ਰੰਧਾਵਾ ਸਾਹਿਬ ਨੇ ਕਿਹਾ ਉਹੀ ਮੈਨੂੰ ਲੱਗਦਾ ਕਿ ਗੱਲ ਹੋਏਗੀ, ਕਿਉਂਕਿ ਹੁਣ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ ਔਰ ਲਾਸਟ ਈਅਰ ਜਿਹੜਾ ਹੈਗਾ ਕਾਂਗਰਸ ਦੀ ਸਰਕਾਰ ਦਾ ਚੱਲ ਰਿਹਾ। ਸੋ ਇਦਾਂ ਦੇ ਮਾਮਲੇ ਆਉਣ ਵਾਲੇ ਦਿਨਾਂ ਦੇ ਵਿੱਚ ਵਿਰੋਧੀ ਧਿਰਾਂ ਹੋਰ ਉਠਾਉਣਗੀਆਂ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇਦਾਂ ਦਾ ਜਿਹੜੀ ਹੈਗੀ ਆ ਇੱਕ ਦੂਜੇ ਦੇ ਦੋਸ਼ ਅਰਪਣ ਜਿਹੜੇ ਨੇ ਉਹ ਚੱਲਦੇ ਰਹਿੰਦੇ ਨੇ ਸਿਆਸਤ ਦੇ ਵਿੱਚ। ਸੋ ਉਸੇ ਤਰ੍ਹਾਂ ਦਾ ਇਹ ਬਿਆਨ ਆਪਾਂ ਕਹਿ ਸਕਦੇ ਹਾਂ, ਇੱਕ ਸਧਾਰਨ ਬਿਆਨ ਜਿਹੜਾ ਹੈਗਾ ਉਹ ਇਦਾਂ ਦਾ ਹੈ। ਜੀ ਸੁਖਵਿੰਦਰ ਜੀ, ਉਸ ਤੋਂ ਬਾਅਦ ਗੱਲਬਾਤ ਕਰਦੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਵੱਲੋਂ ਜਿਹੜੀ ਇਹ ਗੱਲ ਕਹੀ ਗਈ ਸੀ। ਕਹਿੰਦੇ ਕਿ ਤ੍ਰਿਪਤ ਰਜਿੰਦਰ ਬਾਜਵਾ ਕਹਿ ਰਹੇ ਨੇ ਕਿ ਪਿੰਡਾਂ ਦੇ ਵਿੱਚ ਜਿਹੜਾ ਕਰੋਨਾ ਫੈਲ ਰਿਹਾ ਹੈ ਉਹ ਜਿਹੜਾ ਕਿਸਾਨ ਅੰਦੋਲਨ ਦੇ ਵਿੱਚ ਬੈਠੇ ਕਿਸਾਨ ਨੇ ਉਹਨਾਂ ਦੇ ਕਰਕੇ ਜਿਹੜਾ ਫੈਲ ਰਿਹਾ ਹੈ। ਤੇ ਹੁਣ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਹਿੰਦੇ ਯੂ ਟਰਨ ਲੈਂਦੇ ਹੋਏ ਦਿਖਾਈ ਦਿੱਤੇ ਨੇ। ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਬਾਰਡਰਾਂ ਦੇ ਉੱਪਰ ਜਿਹੜੇ ਚੱਲ ਰਿਹਾ ਕਿਸਾਨ ਧਰਨਾ ਹੈ ਉਹਦੇ ਕਾਰਨ ਜਿਹੜਾ ਪਿੰਡਾਂ ਦੇ ਵਿੱਚ ਕਰੋਨਾ ਫੈਲ ਰਿਹਾ। ਕਹਿੰਦੇ ਮੈਂ ਇਹ ਗੱਲ ਕਦੇ ਨਹੀਂ ਕਹੀ। ਇਸ ਯੂ ਟਰਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਵਾਕਈ ਇਹ ਗੱਲ ਨਹੀਂ ਕਹੀ ਗਈ ਜਾਂ ਫਿਰ ਆਪਣੀ ਵਿਰੋਧਤਾ ਦੇਖਦਿਆਂ ਹੋਇਆਂ ਜਿਹੜੀ ਇਹ ਗੱਲ ਤੋਂ ਮੁੱਕਰਿਆ ਗਿਆ ਤ੍ਰਿਪਤ ਰਜਿੰਦਰ ਬਾਜਵਾ ਦੇ? ਸੁਖਵਿੰਦਰ ਜੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇੱਕ ਆਪਾਂ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਇਸ ਵੇਲੇ ਵੱਡੇ ਲੀਡਰ ਨੇ ਔਰ ਖਾਸ ਤੌਰ ਤੇ ਕੈਪਟਨ ਸਾਹਿਬ ਦੀ ਜਿਹੜੀ ਕੋਟਰੀ ਹੈ
ਉਹਦੇ ਉਹ ਵਿਸ਼ੇਸ਼ ਮੈਂਬਰ ਦੇ ਤੌਰ ਤੇ ਜਾਣੇ ਜਾਂਦੇ ਨੇ। ਹੁਣ ਤੱਕ ਲਗਾਤਾਰ ਕੈਪਟਨ ਸਾਹਿਬ ਦੇ ਜਿਹੜੇ ਬਿਆਨ ਆਏ ਨੇ, ਉਹਨਾਂ ਦੇ ਨਾਲ ਹਮਦਰਦੀ ਰੱਖਣ ਵਾਲੇ, ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜਨ ਵਾਲੇ, ਉਹਨਾਂ ਦੇ ਪੈਰ ਦੇ ਵਿੱਚ ਪੈਰ ਧਰਨ ਵਾਲੇ, ਇਹੀ ਜਿਹੜੇ ਨੇ ਆਪਾਂ ਕਹਿ ਸਕਦੇ ਹਾਂ ਕਿ ਲਗਾਤਾਰ ਉਹਨਾਂ ਦਾ ਜੋ ਜੀਵਨ ਹੈ, ਜਦੋਂ ਅਸੀਂ ਦੇਖਦੇ ਹਾਂ ਤਾਂ ਕਾਂਗਰਸ ਨੂੰ ਵੀ ਸਮਰਪਿਤ ਰਿਹਾ ਔਰ ਖਾਸ ਤੌਰ ਤੇ ਕੈਪਟਨ ਸਾਹਿਬ ਦੇ ਨਾਲ ਜਿਹੜਾ ਹੈਗਾ ਚੱਲਦਾ ਰਿਹਾ। ਸੋ ਜਿਹੜਾ ਬਿਆਨ ਆਇਆ ਸੀਗਾ ਪਿਛਲੇ ਦਿਨਾਂ ਦੇ ਵਿੱਚ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਪੱਤਰਕਾਰ ਦੇ ਦੁਆਰਾ ਕਿ ਇਹ ਕਰੋਨਾ ਜਿਹੜਾ ਹੈਗਾ ਕੀ ਇਹਦੇ ਲਈ ਕਾਰਨ ਕਿਹਨੂੰ ਮੰਨਦੇ ਹੋ, ਤਾਂ ਉਹਨਾਂ ਨੇ ਇੱਕ ਸਹਿਜੇ ਹੀ ਇੱਕ ਬਿਆਨ ਦਿੱਤਾ ਸੀਗਾ ਕਿ ਜਿਹੜੇ ਵੀ ਲੋਕ ਦਿੱਲੀ ਦੇ ਬਾਰਡਰਾਂ ਦੇ ਉੱਤੇ ਖਾਸ ਤੌਰ ਤੇ ਕਿਸਾਨ ਜਦੋਂ ਜਾਂਦੇ ਨੇ, ਤਾਂ ਜਦੋਂ ਉਹ ਪੰਜਾਬ ਚ ਆਉਣ ਤਾਂ ਉਹ ਆਪਣਾ ਕੋਵਿਡ ਟੈਸਟ ਜ਼ਰੂਰ ਕਰਾਉਣ। ਇੱਕ ਏਦਾਂ ਦਾ ਬਿਆਨ ਉਹਨਾਂ ਨੇ ਦਿੱਤਾ ਸੀਗਾ। ਇਹਦੋਂ ਮਤਲਬ ਇਹ ਲਿਆ ਗਿਆ ਕਿ ਲੋਕਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਇਹ ਬਿਆਨ ਮੈਨੂੰ ਲੱਗਦਾ ਕਿ ਇਸ ਵੇਲੇ ਜਿਹੜਾ ਹੈਗਾ ਖਾਸ ਤੌਰ ਤੇ ਜਦੋਂ ਹੁਣ ਅੱਜ 6 ਮਹੀਨੇ ਹੋਣ ਵਾਲੇ ਹੈ, 26 ਤਰੀਕ ਨੂੰ 6 ਮਹੀਨੇ ਕਿਸਾਨ ਸੰਘਰਸ਼ ਨੂੰ ਦਿੱਲੀ 'ਚ ਬੈਠਿਆਂ ਹੋ ਜਾਣੇ ਹੈ। ਸੋ ਇਸ ਕਰਕੇ ਇਸ ਵੇਲੇ ਜਿਹੜੇ ਹੈਗੇ ਆਰ ਪਾਰ ਦੀ ਲੜਾਈ ਜਿਹੜੀ ਹੈਗੇ ਕਿਸਾਨ ਲੜ ਰਹੇ ਨੇ। ਸੋ ਇਦਾਂ ਦਾ ਬਿਆਨ ਦੇਣਾ ਕਿ ਇਹ ਕਿਸਾਨ ਉੱਥੇ ਆਪਣੇ ਟੈਸਟ ਕਰਾਉਣ ਔਰ ਜਿਹੜੇ ਵੀ ਪੰਜਾਬ 'ਚ ਆਉਣ ਉਹਨਾਂ ਨੂੰ ਖਤਰਾ ਹੋ ਸਕਦਾ ਹੈ ਪੰਜਾਬ ਦੇ ਵਿੱਚ, ਇਹ ਕੋਈ ਮੈਨੂੰ ਲੱਗਦਾ ਕਿ ਬੇਲੋੜਾ ਬਿਆਨ ਸੀਗਾ। ਇਸ ਬਿਆਨ ਨੂੰ ਦੇਣ ਦੀ ਕੋਈ ਬਹੁਤੀ ਤੁੱਕ ਨਹੀਂ ਸੀ ਬਣਦੀ ਔਰ ਕਿਉਂਕਿ ਹੁਣ ਉਹਨਾਂ ਨੂੰ ਉਲਟਾ ਪੈ ਗਿਆ ਬਿਆਨ ਇਹ, ਇਸ ਲਈ ਉਹਨਾਂ ਨੇ ਸਪਸ਼ਟੀਕਰਨ ਇਸ ਲਈ ਦਿੱਤਾ ਕਿ ਉਹਨਾਂ ਨੇ ਕਿਹਾ ਕਿ ਇਹ ਬਿਆਨ ਜਿਹੜਾ ਹੈਗਾ ਮੈਂ ਇਸ ਤਰ੍ਹਾਂ ਦਾ ਬਿਆਨ ਨਹੀਂ ਸੀ ਦਿੱਤਾ, ਕਿਉਂਕਿ ਉਹਨਾਂ ਨੇ ਕਿਹਾ ਕਿ ਮੇਰਾ ਬਿਆਨ ਜਿਹੜਾ ਇਹ ਸੀਗਾ ਕਿ ਜਿਹੜਾ ਕਰੋਨਾ ਫੈਲਿਆ ਇਹ ਤਾਂ ਹੁਣ ਦੱਖਣ 'ਚ ਵੀ ਫੈਲਿਆ, ਜਿੱਥੇ ਕਿ ਇੱਦਾਂ ਦਾ ਕੋਈ ਗੱਲਬਾਤ ਹੀ ਨਹੀਂ ਹੈ, ਇੱਦਾਂ ਦਾ ਜਿਹੜਾ ਹੈਗਾ ਸੰਘਰਸ਼ ਚੱਲ ਹੀ ਨਹੀਂ ਰਿਹਾ ਔਰ ਬਹੁਤ ਸਾਰੇ ਪੂਰੇ ਹਿੰਦੁਸਤਾਨ ਪੂਰੀ ਦੁਨੀਆ 'ਚ ਫੈਲਿਆ ਹੋਇਆ। ਇਹਦਾ ਮਤਲਬ ਇਹ ਨਹੀਂ ਹੈ ਕਿ ਕਿਸਾਨ ਇਸ ਨੂੰ ਫੈਲਾ ਰਹੇ ਨੇ। ਸੋ ਉਹਨਾਂ ਨੇ ਇੱਦਾਂ ਦਾ ਸਪਸ਼ਟੀਕਰਨ ਜਿਹੜਾ ਹੈਗਾ ਦਿੱਤਾ, ਪਰ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਵੀ ਕਿਹਾ ਕਿ ਆਪਣੇ ਸਪਸ਼ਟੀਕਰਨ ਦੇ ਵਿੱਚ ਕਿ ਜਿਹੜੇ ਵੀ ਕਿਸਾਨ ਬਾਰਡਰਾਂ ਤੋਂ ਆਉਣ ਉਹ ਜਿਹੜੇ ਨੇ ਕਰੋਨਾ ਟੈਸਟ ਜ਼ਰੂਰ ਕਰਾਉਣ। ਪਰ ਮੇਰਾ ਇੱਕ ਸੁਝਾਅ ਇੱਥੇ ਜ਼ਰੂਰ ਹੈ ਕਿ ਉੱਥੇ ਲਗਾਤਾਰ ਜਿਹੜੇ ਕਿਸਾਨ ਲੀਡਰਾਂ ਦੇ ਬਿਆਨ ਆ ਰਹੇ ਨੇ, ਉਹਨਾਂ ਨੇ ਕਿਹਾ ਕਿ ਸਾਡੇ ਉੱਥੇ ਹਸਪੀਟਲ ਵੀ ਨੇ ਔਰ ਕਰੋਨਾ ਦਾ ਬਕਾਇਦਾ ਜਿਹੜਾ ਹੈਗਾ ਇਲਾਜ ਵੀ ਹੈ ਔਰ ਅਸੀਂ ਆਕਸੀਜਨ ਦਾ ਵੀ ਪ੍ਰਬੰਧ ਕੀਤਾ ਹੋਇਆ, ਡਾਕਟਰਾਂ ਦੀਆਂ ਦਵਾਈਆਂ ਦਾ ਵੀ ਪ੍ਰਬੰਧ ਕੀਤਾ ਹੋਇਆ। ਜਿਹੜੇ ਵੀ ਕਿਸਾਨਾਂ ਨੂੰ ਕੋਈ ਵੀ ਕਿਸੇ ਕਿਸਮ ਦੀ ਬਿਮਾਰੀ ਦੇ ਲੱਛਣ ਪਾਏ ਜਾਣਗੇ, ਉਹਨਾਂ ਦਾ ਟੈਸਟ ਉੱਥੇ ਹੀ ਹੋ ਜਾਏਗਾ। ਸੋ ਇਸ ਕਰਕੇ ਘਬਰਾਉਣ ਦੀ ਲੋੜ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਇਦਾਂ ਦੇ ਬਿਆਨ ਤੋਂ ਇਸ ਵੇਲੇ ਘੱਟੋ ਘੱਟ ਜਦੋਂ ਬੀਜੇਪੀ ਸਰਕਾਰ, ਮੋਦੀ ਸਰਕਾਰ ਕਿਸਾਨਾਂ ਨੂੰ ਸੁਣ ਨਹੀਂ ਰਹੀ, ਉਹਨਾਂ ਨਾਲ ਗੱਲਬਾਤ ਨਹੀਂ ਕਰ ਰਹੀ, ਸੋ ਇਦਾਂ ਦੀ ਬਿਆਨ ਤੋਂ ਗੁਰੇਜ਼ ਹੀ ਕਰਨਾ ਚਾਹੀਦਾ ਹੈ। ਮੇਰੀ ਸੁਝਾਅ ਜਿਹੜਾ ਹੈਗਾ ਇਹ ਹੈ। ਜੀ ਸੁਖਿੰਦਰ ਜੀ, ਕੀ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਯੂ ਟਰਨ ਲਿਆ ਗਿਆ ਮੰਤਰੀ ਵੱਲੋਂ, ਆਪਣੀ ਵਿਰੋਧਤਾ ਨੂੰ ਦੇਖਦਿਆਂ ਲਿਆ ਗਿਆ ਜਾਂ ਵਾਕਈ ਇਹ ਗੱਲ ਕਿ ਨਹੀਂ ਕਹੀ ਗਈ? ਬਿਲਕੁਲ ਵਿਰੋਧ ਹੋਇਆ ਬਹੁਤ। ਆਪਾਂ ਨੂੰ ਪਤਾ ਹੈ ਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹੁਣ ਔਰ ਸੋਸ਼ਲ ਮੀਡੀਆ ਦੇ ਵਿੱਚ ਤੁਹਾਡੀ ਕੱਲੀ ਗੱਲ ਜਿਹੜੀ ਹੈਗੀ ਹੈ ਉਹ ਪਕੜੀ ਜਾਂਦੀ ਹੈ। ਸੋ ਜਦੋਂ ਉਹਨਾਂ ਦਾ ਵਿਰੋਧ ਹੋਇਆ ਤਾਂ ਹੀ ਉਹਨਾਂ ਨੂੰ ਜਿਹੜਾ ਹੈਗਾ ਸਪਸ਼ਟੀਕਰਨ ਦੇਣਾ ਪਿਆ। ਅਦਰਵਾਈਜ਼ ਕੋਈ ਵੀ ਲੀਡਰ ਬਿਨਾਂ ਪ੍ਰੈਸ਼ਰ ਤੋਂ ਇਦਾਂ ਦਾ ਸਪਸ਼ਟੀਕਰਨ ਨਹੀਂ ਦਿੰਦਾ। ਸੋ ਇੱਕ ਸੋਸ਼ਲ ਮੀਡੀਆ ਦਾ ਔਰ ਚੰਗੇ ਜਿਹੜੇ ਪੱਤਰਕਾਰ ਨੇ ਉਹਨਾਂ ਦਾ ਇੱਕ ਪ੍ਰੈਸ਼ਰ ਸੀਗਾ ਔਰ ਉਸ ਗੱਲ ਨੂੰ ਉਹਨਾਂ ਨੇ ਜਿਹੜਾ ਹੈਗਾ ਬਾਰ-ਬਾਰ ਦੁਹਰਾਇਆ ਤੇ ਉਹਦੇ ਤੋਂ ਉਹਨਾਂ ਨੇ ਜਿਹੜਾ ਹੈਗਾ ਆਪਣਾ ਸਪਸ਼ਟੀਕਰਨ ਦਿੱਤਾ। ਇਸ ਕਰਕੇ ਇੱਕ ਪ੍ਰੈਸ਼ਰ ਕਹਿ ਸਕਦੇ ਹਾਂ ਕਿ ਲੋਕਾਂ ਨੇ ਬਿਲਡ ਕੀਤਾ, ਸੋਸ਼ਲ ਮੀਡੀਆ ਨੇ ਬਿਲਡ ਕੀਤਾ, ਜਿਹਦੇ ਕਰਕੇ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਪਿਆ। ਜੀ, ਭਗਵੰਤ ਮਾਨ ਹੋਰਾਂ ਦੇ ਵੱਲੋਂ ਵੀ ਜਿਹੜੇ ਇੱਕ ਐਕਸ਼ਨ ਮੋਡ ਦੇ ਵਿੱਚ ਆਇਆ ਗਿਆ, ਰਾਘਵ ਚੱਡਾ ਦੇ ਨਾਲ ਮਿਲ ਕੇ ਜਿਹੜਾ ਸਹਿ ਇੰਚਾਰਜ ਨੇ ਪੰਜਾਬ ਦੇ ਦਿੱਲੀ ਤੋਂ ਐਮਐਲਏ, ਉਹਨਾਂ ਨਾਲ ਮਿਲ ਕੇ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖੀ ਗਈ ਆ। ਉਹ ਕਹਿੰਦੇ ਕਿ ਜਿਹੜੇ 470 ਸਾਥੀ ਜਿਹੜੇ ਕਿਸਾਨ ਆਪਣੀ ਜਾਨ ਗਵਾ ਚੁੱਕੇ ਨੇ ਉਹ ਮੰਦਭਾਗਾ ਹੈ ਤੇ ਜਲਦ ਤੋਂ ਜਲਦ ਕਿਸਾਨ ਜਿਹੜੇ ਧਰਨੇ ਤੇ ਬੈਠੇ ਨੇ ਉਹਨਾਂ ਦੇ ਨਾਲ ਮੀਟਿੰਗ ਕਰਕੇ ਮਾਮਲੇ ਦਾ ਹੱਲ ਕਰਨਾ ਚਾਹੀਦਾ। ਉਹ ਕਹਿੰਦੇ ਕਰੋਨਾ ਕੀ ਬਹੁਤ ਫੈਲਿਆ ਹੋਇਆ, ਇਸ ਕਰਕੇ ਸਰਕਾਰ ਨੂੰ ਅੱਗੇ ਆਉਣਾ ਚਾਹੀਦਾ ਹੈ। ਭਾਰਤ ਦੇ ਮੁਖੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅੱਗੇ ਆ ਕੇ ਇਸ ਮਸਲੇ ਦਾ ਹੱਲ ਕਰਨ। ਜਿਹੜੇ ਕਿਸਾਨ ਵੀ ਮਰ ਰਹੇ ਆ ਉਹਨਾਂ ਤੇ ਵੀ ਦੁੱਖ ਵਿਅਕਤ ਕਰਨ, ਉਹਨਾਂ ਨੂੰ ਦੇਖਦਿਆਂ ਹੋਇਆਂ ਜਲਦ ਤੋਂ ਜਲਦ ਮਸਲੇ ਦਾ ਹੱਲ ਕਰਨ। ਕਿਵੇਂ ਦੇਖਦੇ ਹੋ ਭਗਵੰਤ ਮਾਨ ਦੀ ਇਸ ਚਿੱਠੀ ਨੂੰ? ਹੋਰ ਕੀ ਕੁਝ ਕਹਿੰਦੇ ਨੇ ਭਗਵੰਤ ਮਾਨ? ਜੀ ਸੁਖਵਿੰਦਰ ਜੀ, ਦੇਖੋ ਜਿੱਥੋਂ ਤੱਕ ਕਿਸਾਨੀ ਮੋਰਚੇ ਦਾ ਸੰਬੰਧ ਹੈ, ਇਸ ਵੇਲੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ 26 ਤਰੀਕ ਨੂੰ ਲਗਭਗ 6 ਮਹੀਨੇ ਜਿਹੜੇ ਨੇ ਪੂਰੇ ਹੋ ਚੁੱਕੇ ਨੇ ਉਹ, ਔਰ ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਸਾਡੇ ਬੈਠੇ ਨੇ। ਔਰ ਕੱਲ ਜਿਹੜੀ ਵੱਡੀ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ, ਵੱਖ-ਵੱਖ ਲੀਡਰ ਜਿਹੜੇ ਨੇ ਉਹ ਇਕੱਠੇ ਹੋਏ ਸੀਗੇ ਔਰ ਉਹਨਾਂ ਨੇ ਬਕਾਇਦਾ ਤੌਰ ਤੇ ਚਿੱਠੀ ਲਿਖੀ ਹੈ ਕਿ 26 ਤਰੀਕ ਤੱਕ ਜਿਹੜੀ ਹੈਗੀ, ਕਿਉਂਕਿ 6 ਮਹੀਨੇ ਹੋਣ ਜਾ ਰਹੇ ਨੇ, ਉਹਨਾਂ ਨੇ ਕਿਹਾ ਕਿ ਸਾਡੇ ਨਾਲ ਗੱਲਬਾਤ ਜਿਹੜੀ ਹੈਗੀ ਆ ਉਹ ਕੀਤੀ ਜਾਵੇ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ
ਦੋ ਤਰ੍ਹਾਂ ਦੀਆਂ ਚਿੱਠੀਆਂ ਕੱਲ ਪ੍ਰਧਾਨ ਮੰਤਰੀ ਨੂੰ ਲਿਖੀਆਂ ਗਈਆਂ ਨੇ। ਇੱਕ ਤਾਂ ਵੱਖ-ਵੱਖ ਜਿਹੜੇ ਨੇ ਕਿਸਾਨ ਮੋਰਚੇ ਦੇ ਆਗੂਆਂ ਦੇ ਦੁਆਰਾ ਸਾਂਝੀ ਚਿੱਠੀ ਹੈ। ਦੂਜੀ ਹੈਗੀ ਹੈ ਆਮ ਆਦਮੀ ਪਾਰਟੀ, ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਔਰ ਰਾਘਵ ਚੱਡਾ ਜੀ ਦੁਆਰਾ। ਸੋ ਇਸ ਕਰਕੇ ਜੇ ਕੋਈ ਪ੍ਰੈਸ਼ਰ ਬਣਦਾ ਹੈ, ਮੈਨੂੰ ਲੱਗਦਾ ਹੈ ਕਿ ਚੰਗੀ ਗੱਲ ਹੈ ਕਿ ਪ੍ਰਧਾਨ ਮੰਤਰੀ ਦੇ ਉੱਤੇ, ਬੀਜੇਪੀ ਦੇ ਉੱਤੇ ਇਸ ਵੇਲੇ ਲਗਾਤਾਰ ਪ੍ਰੈਸ਼ਰ ਬਣਾਉਣ ਦੀ ਲੋੜ ਹੈ। ਔਰ ਕਿਸੇ ਵੇਲੇ ਸੁਖਵਿੰਦਰ ਜੀ, ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਤਾਂ ਇੱਕ ਫੋਨ ਕਾਲ ਦੀ ਦੂਰੀ ਤੇ ਹਾਂ। ਹੁਣ ਉਹ ਫੋਨ ਕਾਲ ਜਿਹੜਾ ਹੈਗਾ, ਦੂਰੀ ਮਿਟਦੀ ਨਜ਼ਰ ਨਹੀਂ ਆ ਰਹੀ। ਲਗਾਤਾਰ ਆਪਾਂ ਨੂੰ ਪਤਾ ਹੈ ਕਿ ਜਦੋਂ ਪਿਛਲੇ ਦਿਨਾਂ ਦੇ ਵਿੱਚ 5 ਸੀਟਾਂ ਦੀਆਂ ਜਿਹੜੀਆਂ ਸੀਗੀਆਂ ਚੋਣਾਂ ਸੀਗੀਆਂ, ਉੱਥੇ ਸਾਰੀ ਤਾਕਤ ਜਿਹੜੀ ਸੀ ਬੀਜੇਪੀ ਨੇ, ਮੋਦੀ ਸਾਹਿਬ ਨੇ ਉੱਥੇ ਝੋਕ ਦਿੱਤੀ ਸੀਗੀ। ਉੱਥੋਂ ਹੁਣ ਲਗਭਗ ਹਾਰ ਦਾ ਸਾਹਮਣਾ ਕਰਕੇ ਜਦੋਂ ਹੁਣ ਘਰ ਆਏ ਨੇ, ਤਾਂ ਘੱਟੋ ਘੱਟ ਉਸ ਚੀਜ਼ ਨੂੰ ਮੋਦੀ ਸਾਹਿਬ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ, ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ 22 ਦੇ ਵਿੱਚ ਬਹੁਤ ਛੇਤੀ, ਮੈਨੂੰ ਲੱਗਦਾ ਹੈ ਕਿ 5-7 ਮਹੀਨਿਆਂ ਦੇ ਬਾਅਦ ਦੋ ਵੱਡੀਆਂ ਸਟੇਟਾਂ ਦੇ ਵਿੱਚ ਜਿੱਥੇ ਸੱਤਾ ਹੈ ਇਸ ਵੇਲੇ ਬੀਜੇਪੀ ਦੀ, ਖਾਸ ਤੌਰ ਤੇ ਯੂਪੀ ਔਰ ਉੱਤਰਾਖੰਡ ਦੀ, ਉੱਥੇ ਚੋਣਾਂ ਹੋਣ ਜਾ ਰਹੀਆਂ ਨੇ। ਔਰ ਕਿਸਾਨ ਜਥੇਬੰਦੀਆਂ ਨੇ ਕਹਿਤਾ ਕਿ ਅਸੀਂ ਉਹਨਾਂ ਸਟੇਟਾਂ ਦੇ ਵਿੱਚ ਹੁਣੀ ਤੋਂ ਜਾ ਕੇ ਤਿਆਰੀ ਕਰਾਂਗੇ, ਤਾਂ ਕਿ ਜਿਹੜਾ ਬੰਗਾਲ ਦੇ ਵਿੱਚ ਜਿਸ ਤਰ੍ਹਾਂ ਦੀ ਹਾਰ ਦਿੱਤੀ ਹੈ ਬੀਜੇਪੀ ਨੂੰ, ਉਸ ਤਰ੍ਹਾਂ ਦੀ ਹਾਰ ਜਿਹੜੀ ਹੈਗੀ ਹੈ ਯੂਪੀ ਔਰ ਉੱਤਰਾਖੰਡ ਦੇ ਵਿੱਚ ਅਸੀਂ ਇਹਨਾਂ ਨੂੰ ਟੱਕਰਾਂਗੇ ਉੱਥੇ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਉਸ ਪ੍ਰੈਸ਼ਰ ਨੂੰ ਵੀ ਸੋਚਣਾ ਚਾਹੀਦਾ ਹੈ ਮੋਦੀ ਸਾਹਿਬ ਨੂੰ। ਔਰ ਜੇ ਯੂਪੀ ਦੇ ਵਿੱਚੋਂ ਔਰ ਉੱਤਰਾਖੰਡ ਦੇ ਵਿੱਚੋਂ ਜਿਹੜੇ ਕਿ ਗੜ ਮੰਨੇ ਜਾਂਦੇ ਨੇ ਬੀਜੇਪੀ ਦਾ, ਜੇ ਯੂਪੀ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਚਾਇਤੀ ਚੋਣਾਂ ਹੋਈਆਂ ਨੇ ਤਾਂ ਬੀਜੇਪੀ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਹੈ। ਔਰ ਇਸੇ ਤਰ੍ਹਾਂ ਉੱਤਰਾਖੰਡ ਦੇ ਵਿੱਚ ਹੌਲੀ ਹੌਲੀ ਆਪਾਂ ਨੂੰ ਪਤਾ ਹੈ ਕਿ ਇਹ ਜਿਹੜਾ ਕਿਸਾਨ ਸੰਘਰਸ਼ ਹੈ ਇਹ ਲਗਾਤਾਰ ਵੱਧ ਰਿਹਾ ਹੈ। ਸੋ ਇਹਨਾਂ ਸਟੇਟਾਂ ਦੇ ਵਿੱਚ ਜੇਕਰ ਬੀਜੇਪੀ ਦੀ ਹਾਰ ਹੁੰਦੀ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਸੈਂਟਰ ਦੇ ਵਿੱਚ ਵੀ ਜਿਹੜੀ ਹੈਗੀ ਹੈ 24 ਦੀ, ਜਿਹੜੀ ਯੂਪੀ ਦੇ ਵਿੱਚ ਜਿਹੜੀ ਭਾਰਤ ਦੇ ਵਿੱਚ ਇੱਕ ਸੋਚੀ ਬੈਠੀ ਹੈ ਬੀਜੇਪੀ ਸਰਕਾਰ ਕਿ ਸਾਡੀ ਸਰਕਾਰ ਦੁਬਾਰਾ ਆ ਜਾਏਗੀ, ਉਹ ਵੀ ਸੰਭਵ ਨਹੀਂ ਹੋ ਸਕਦੀ। ਸੋ ਇਸ ਕਰਕੇ ਯੂਪੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ। ਉੱਤਰਾਖੰਡ ਨੂੰ ਬਚਾਉਣਾ ਤਾਂ ਹੀ ਜ਼ਰੂਰੀ ਹੈ ਜੇਕਰ ਉਹ ਕਿਸਾਨਾਂ ਦੀਆਂ ਮੰਗਾਂ ਮੰਨਣਗੇ, ਕਿਉਂਕਿ ਯੂਪੀ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਕਿਸਾਨ ਹੈ, ਉੱਤਰਾਖੰਡ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਕਿਸਾਨੀ ਹੈ। ਸੋ ਕਿਸਾਨਾਂ ਦੀਆਂ ਮੰਗਾਂ ਇਸ ਵੇਲੇ ਜਾਇਜ਼ ਮੰਗਾਂ ਨੂੰ ਮੰਨ ਲੈਣਾ ਚਾਹੀਦਾ ਹੈ ਔਰ 3 ਕਾਲੇ ਕਾਨੂੰਨ ਨੇ ਇਹਨਾਂ ਨੂੰ ਵਾਪਸ ਹੋਣੇ ਚਾਹੀਦੇ ਨੇ। ਔਰ ਇਹੀ ਗੱਲ ਲਿਖੀ ਹੈ ਭਗਵੰਤ ਮਾਨ ਹੋਰਾਂ ਨੇ, ਰਾਘਵ ਚੱਡਾ ਹੋਰਾਂ ਨੇ ਕਿ ਭਾਈ ਇਹਨਾਂ ਦੀ ਜਿਹੜੀ ਹੈਗੀ ਆ ਹੁਣ ਤੁਸੀਂ ਇਹਨਾਂ ਨਾਲ ਨਿਆਂ ਕਰੋ। ਉੱਤੋਂ ਉਹਨਾਂ ਨੇ ਕਿਹਾ ਕਿ ਕਰੋਨਾ ਦਾ ਦੌਰ ਚੱਲ ਰਿਹਾ, ਜਦੋਂ ਆਪਾਂ ਨੂੰ ਪਤਾ ਹੈ ਕਿ ਲੋਕ ਆਪਣੇ ਘਰਾਂ 'ਚ ਵੜੇ ਬੈਠੇ ਨੇ, ਲੋਕ ਜਿਹੜੇ ਨੇ ਆਕਸੀਜਨ ਕਰਕੇ ਮਰ ਰਹੇ ਨੇ, ਦਵਾਈਆਂ ਕਰਕੇ। ਬਲੈਕ ਫੰਗਸ ਵੀ ਜਿਹੜੀ ਭਾਰਤ ਦੇ ਵਿੱਚ ਪੈਰ ਪਸਾਰ ਰਿਹਾ ਉੱਤੇ ਮਤਲਬ ਇਹ ਵੱਡੀ ਜਿਹੜੀ ਗੱਲ ਵਾਪਰੀ ਹੈ ਕਿ ਬਲੈਕ ਜਾਂ ਵਾਈਟ ਫੰਗਸ ਜਿਹੜੀ ਹੈਗੀ ਹੈ ਉਹਦੇ ਕਰਕੇ ਵੀ ਹੁਣ ਤਾਂ ਮੌਤਾਂ ਸ਼ੁਰੂ ਹੋ ਚੁੱਕੀਆਂ ਨੇ। ਸੋ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਦੇ ਲਈ ਉਹਨਾਂ ਨੇ ਬਾਰ-ਬਾਰ ਜਿਹੜੀ ਬੇਨਤੀ ਇਹੀ ਗੱਲ ਕਹੀ ਹੈ ਕਿ ਆਪਣਾ ਭਗਵੰਤ ਮਾਨ ਹੋਰਾਂ ਨੇ ਕਿ ਮੋਦੀ ਸਾਹਿਬ ਨੂੰ ਕਿਸਾਨਾਂ ਦੀਆਂ ਗੱਲਾਂ ਜਿਹੜੀਆਂ ਨੇ ਉਹਨਾਂ ਨਾਲ ਡਾਇਲੌਗ ਰਚਾਉਣਾ ਚਾਹੀਦਾ ਹੈ। 11 ਗੇੜ ਦੀ ਜਿਹੜੀ ਹੁਣ ਤੱਕ ਜਿਹੜੀ ਡਾਇਲੌਗ ਹੈ ਉਹ ਖਤਮ ਹੋ ਚੁੱਕਿਆ ਹੈ। ਹੁਣ ਅਗਲਾ ਜਿਹੜਾ ਹੈਗਾ ਗੇੜ ਦੇ ਵਿੱਚ ਆ ਕੇ ਉਹਨਾਂ ਨੂੰ ਇਸ ਚੀਜ਼ ਨੂੰ ਜਿਹੜੀ ਹੈਗੀ ਆ ਇਹਦਾ ਭੋਗ ਪਾਉਣਾ ਚਾਹੀਦਾ ਔਰ ਮੰਗਾਂ ਉਹਨਾਂ ਦੀਆਂ ਮੰਨੀਆਂ ਜਾਣੀਆਂ ਚਾਹੀਦੀਆਂ ਨੇ। ਔਰ MSP ਬਾਰੇ ਇੱਕ ਨਵਾਂ ਕਾਨੂੰਨ ਜਿਹੜਾ ਹੈਗਾ ਉਹ ਲਿਆਉਣਾ ਚਾਹੀਦਾ ਤੇ 3 ਕਾਲੇ ਕਾਨੂੰਨ ਜਿਹੜੇ ਨੇ ਇਹ ਵਾਪਸ ਹੋਣੇ ਚਾਹੀਦੇ ਨੇ। ਸੋ ਇਸ ਤਰ੍ਹਾਂ ਦੀ ਚਿੱਠੀ ਭਗਵੰਤ ਮਾਨ ਔਰ ਰਾਘਵ ਚੱਡਾ ਨੇ ਲਿਖੀ ਹੈ, ਜਿਹੜੀ ਕਿ ਮੈਨੂੰ ਲੱਗਦਾ ਹੈ ਕਿ ਇੱਕ ਪੋਜ਼ਿਟਿਵ ਗੱਲ ਹੈ, ਜਿੱਥੇ ਕਿਸਾਨਾਂ ਦੀ ਚਿੱਠੀ ਜਿਹੜੀ ਹੈਗੀ ਹੈ ਇੱਕ ਵੱਡਾ ਪ੍ਰੈਸ਼ਰ ਪਾਏਗੀ। ਔਰ ਇਸੇ ਤਰ੍ਹਾਂ ਜੇ ਕੋਈ ਪਾਰਟੀ ਜਿਹੜੀ ਹੈਗੀ ਹੈ ਆਮ ਆਦਮੀ ਪਾਰਟੀ ਜੇ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਇਹਦੇ 'ਚ ਚੰਗੀ ਗੱਲ ਹੈ, ਇੱਕ ਵਧੀਆ ਗੱਲ ਹੈ, ਕਿਸਾਨਾਂ ਲਈ ਵੀ ਚੰਗੀ ਗੱਲ ਹੈ ਔਰ ਪੰਜਾਬ ਲਈ ਔਰ ਪੂਰੇ ਮੈਨੂੰ ਲੱਗਦਾ ਹੈ ਕਿ ਹਿੰਦੁਸਤਾਨ ਦੇ ਜਿਹੜੇ ਕਿਸਾਨ ਨੇ ਉਹਨਾਂ ਲਈ ਇੱਕ ਚੰਗੀ ਇੱਕ ਮੈਨੂੰ ਲੱਗਦਾ ਹੈ ਸ਼ੁਭ ਸ਼ਗਨ ਕਹਿ ਸਕਦੇ ਹਾਂ ਇਸ ਚਿੱਠੀ ਦੇ। ਜੇਕਰ ਸੁਖਬੀਰ ਸਿੰਘ ਬਾਦਲ ਦੇ ਬਿਆਨ ਦੀ ਗੱਲ ਕਰੀਏ, ਸੁਖਬੀਰ ਸਿੰਘ ਬਾਦਲ ਦੇ ਵੱਲੋਂ ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਦੇ ਉੱਪਰ ਜਿਹੜੀ ਚਿੰਤਾ ਜਤਾਈ ਗਈ ਹੈ, ਕਿਵੇਂ ਦੇਖਦੇ ਹੋ? ਜਿਨ੍ਹਾਂ ਤੇ ਆਪਣੀ ਸਰਕਾਰ ਦੇ ਦੌਰਾਨ ਜਿਹੜਾ ਹੈਗਾ ਇਲਜ਼ਾਮ ਲੱਗਦੇ ਰਹੇ, ਹੁਣ ਉਹ ਵੀ ਲੋਕ ਜਿਹੜੇ ਹੈ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਦੇ ਉੱਪਰ ਸਵਾਲ ਚੁੱਕ ਰਹੇ ਨੇ, ਪਰ ਕਿਤੇ ਨਾ ਕਿਤੇ ਪੰਜਾਬ ਸਰਕਾਰ ਤੇ ਸਵਾਲ ਖੜੇ ਵੀ ਹੁੰਦੇ ਨੇ। ਜਿਸ ਤਰੀਕੇ ਦੇ ਨਾਲ ਮੌਤਾਂ ਹੋ ਰਹੀਆਂ ਨੇ, ਗੈਂਗਸਟਰ ਵੱਧ ਰਿਹਾ ਹੈ, ਫਿਰੌਤੀਆਂ ਲੈ ਕੇ ਕਤਲ ਕੀਤੇ ਜਾ ਰਹੇ ਨੇ, ਦਿਨ ਦਿਹਾੜੇ ਲੁੱਟਾਂ ਖੋਹਾਂ ਵਾਰਦਾਤਾਂ ਹੋ ਰਹੀਆਂ ਨੇ, ਕਿਵੇਂ ਦੇਖਦੇ ਹੋ ਕਿ ਸਰਕਾਰ ਤਾਂ ਜਿਹੜੀ ਇੱਕ ਪਾਸੇ ਸੁਖਬੀਰ ਬਾਦਲ ਦਾ ਬਿਆਨ ਸਹੀ ਵੀ ਹੈ, ਬੇਸ਼ੱਕ ਉਹਨਾਂ ਦੇ ਆਪਣੇ ਰਾਜ 'ਚ ਵੀ ਅਜਿਹਾ ਕੋਈ ਹੁੰਦਾ ਰਿਹਾ ਹੋਵੇ, ਪਰ ਇਸ ਵੇਲੇ ਸਵਾਲ ਚੁੱਕਣਾ ਵਾਜਬ ਵੀ ਹੈ ਕਿਉਂਕਿ ਸਰਕਾਰ ਆਪਣੀ ਲੜਾਈ ਦੇ ਵਿੱਚ ਲੱਗੀ ਹੋਈ ਹੈ। ਕੋਈ ਕਿਹਦੀ ਕੁਰਸੀ ਮੰਗ ਰਿਹਾ, ਕੋਈ ਕਿਹਦੀ ਕੁਰਸੀ ਮੰਗ ਰਿਹਾ, ਤੇ ਕਰੋਨਾ ਦੂਜੇ ਪਾਸੇ ਚੱਲੀ ਹੈ, ਦੂਜੇ ਪਾਸੇ ਲੁੱਟਾਂ ਖੋਹਾਂ ਵਾਰਦਾਤਾਂ ਕਤਲ ਚੱਲ ਰਹੀ ਹੈ। ਕਿਵੇਂ ਦੇਖਦੇ ਹੋ
ਵਾਕਈ ਹੀ ਚਿੰਤਾਜਨਕ ਸਥਿਤੀ ਬਣ ਗਈ ਹੈ ਪੰਜਾਬ ਦੀ ਅਮਨ ਕਾਨੂੰਨ ਸਥਿਤੀ ਦੀ? ਸੁਖਵਿੰਦਰ ਜੀ, ਆਪਾਂ ਨੂੰ ਪਤਾ ਹੈ ਤੁਸੀਂ ਵੀ ਇਹ ਗੱਲ ਕਰ ਰਹੇ ਹੋ ਕਿ ਜਦੋਂ 10 ਸਾਲ ਬੀਜੇਪੀ ਔਰ ਅਕਾਲੀ ਦਲ ਦੀ ਪੰਜਾਬ ਦੇ ਵਿੱਚ ਸਰਕਾਰ ਰਹੀ ਹੈ, ਇਹ ਗੈਂਗਸਟਰ ਜਿਹੜੇ ਸੀਗੇ ਉਦੋਂ ਹੀ ਇਹਨਾਂ ਦੇ ਵਿੱਚ ਲਗਾਤਾਰ ਵਾਧਾ ਹੋਇਆ ਔਰ ਬਹੁਤ ਸਾਰੀਆਂ ਗੈਂਗਸਟਰ ਦੀਆਂ ਮੌਤਾਂ ਵੀ ਹੋਈਆਂ ਉਹਨਾਂ ਦਿਨਾਂ ਦੇ ਵਿੱਚ, ਔਰ ਉਹਨਾਂ ਦਾ ਜਿਹੜੇ ਆਪਸੀ ਖਾਨਾ ਜੰਗੀ ਸੀ, ਆਪਸੀ ਲੜਾਈ ਸੀ, ਉਹ ਵੀ ਸਿਖਰ ਤੇ ਆਈ। ਔਰ ਉਸ ਤੋਂ ਬਾਅਦ ਕੈਪਟਨ ਸਾਹਿਬ ਨੇ ਇਹ ਕਿਹਾ ਕਿ ਮੈਂ ਇਸ ਤਰ੍ਹਾਂ ਦੀਆਂ ਜਿਹੜੀਆਂ ਕਾਰਵਾਈਆਂ ਨੇ ਮੈਂ ਉਹ ਸਹਿਣ ਨਹੀਂ ਕਰਾਂਗਾ ਔਰ ਮੈਂ ਉਹਨਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ। ਪਰ ਹੋਇਆ ਕੀ, ਆਪਾਂ ਨੂੰ ਪਤਾ ਹੈ ਕਿ ਲਗਭਗ 4.5 ਸਾਲ ਦੇ ਦੌਰਾਨ ਲਗਾਤਾਰ ਜਿਹੜੇ ਗੈਂਗਸਟਰ ਨੇ ਸਿਰਫ ਉਹਨਾਂ ਨੇ ਆਪਣੀਆਂ ਕਾਰਵਾਈਆਂ ਨਹੀਂ ਕੀਤੀਆਂ, ਸਗੋਂ ਵਧੇ ਵੀ ਨੇ। ਪਿਛਲੇ ਦਿਨਾਂ ਦੇ ਵਿੱਚ 2 ਸਾਡੇ ਜਿਹੜੇ ASI ਔਰ ਸਬ ਇੰਸਪੈਕਟਰ ਜਿਹੜੀ ਹੈਗੇ ਉਹਨਾਂ ਦੀ ਡੈਥ ਹੁੰਦੀ ਹੈ ਔਰ ਸ਼ਰੇਆਮ ਗੋਲੀਆਂ ਮਾਰ ਕੇ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈਗਾ ਉੱਥੋਂ ਆਪਣੇ ਚੱਲ ਭੱਜ ਜਾਂਦੇ ਨੇ। ਸੋ ਇਦਾਂ ਦੀਆਂ ਕਾਰਵਾਈਆਂ ਜਿਹੜੀਆਂ ਨੇ ਆਪਾਂ ਨੂੰ ਪਤਾ ਹੈ ਕਿ ਲਗਾਤਾਰ ਇਹ ਵਾਪਰ ਰਹੀਆਂ ਨੇ, ਚਾਹੇ ਉਹ ਪਿਛਲੇ 8 ਸੂਬਿਆਂ ਨੂੰ ਲੜੀਂਦਾ ਗੈਂਗਸਟਰ ਜੈਪਾਲ ਸੀ, ਉਹ ਪਿਛਲੇ ਕਈ ਮਹੀਨਿਆਂ ਤੋਂ ਜਿੱਥੇ ਉਹ ਵਾਰਦਾਤ ਕੀਤੀ ਆ ਉਸੇ ਪਿੰਡ ਦੇ ਵਿੱਚ ਹੀ ਜਿਹੜਾ ਰਹਿ ਰਿਹਾ ਸੀਗਾ, ਜਗਰਾਉਂ ਦੇ ਕੋਠੇ ਬੱਗੂ ਪਿੰਡ ਦੇ ਵਿੱਚ ਗੈਂਗਸਟਰ ਜਿਹੜਾ ਜੈਪਾਲ ਹੈ ਕੋਠੀ ਲੈ ਕੇ ਕਿਰਾਏ ਤੇ ਰਹਿ ਰਿਹਾ ਸੀ। ਵੱਡੀ ਗੱਲ ਇਹ ਹੈ ਕਿ ਜਿਹੜੀ ਕੋਠੀ ਦੇ ਵਿੱਚ ਉਹ ਰਹਿ ਰਿਹਾ ਸੀ ਉਹ ਸਿਰਫ ਥਾਣਾ ਸਦਰ ਜਗਰਾਉਂ ਤੋਂ ਅੱਧੇ ਕਿਲੋਮੀਟਰ ਦੀ ਦੂਰੀ ਤੇ ਹੈ। ਪੁਲਿਸ ਦੀ ਨੱਕ ਦੇ ਹੇਠ ਜਿਹੜਾ ਜੈਪਾਲ ਰਿਹਾ ਸੀ ਤੇ ਪੁਲਿਸ ਨੂੰ ਖਬਰ ਤੱਕ ਨਹੀਂ ਸੀ। ਦੇਖੋ, ਹਾਂ, ਇਹੀ ਗੱਲ ਹੈ ਨਾ ਕਿ ਜਿਹੜਾ ਨੈਕਸਸ ਹੈ ਇਸ ਵੇਲੇ, ਚਾਹੇ ਉਹ ਗੈਂਗਸਟਰ ਦਾ ਹੋਵੇ, ਚਾਹੇ ਪੁਲਿਸ ਦਾ ਹੋਵੇ, ਚਾਹੇ ਵੱਡੇ ਅਧਿਕਾਰੀਆਂ ਦਾ ਹੋਵੇ ਜਾਂ ਲੀਡਰਾਂ ਦਾ ਹੋਵੇ। ਪਿਛਲੇ ਦਿਨਾਂ ਦੇ ਵਿੱਚ ਵੀ ਇਹ ਚਰਚਾ ਚੱਲਦੀ ਰਹੀ ਹੈ ਕਿ ਜਿੰਨੇ ਵੀ ਗੈਂਗਸਟਰ ਪਲਦੇ ਹੈ ਉਹ ਰਾਜਨੀਤੀਵਾਨਾਂ ਦੀ ਛਤਰ ਛਾਇਆ ਦੇ ਵਿੱਚ ਪਲਦੇ ਹੈ। ਉਹਨਾਂ ਦੀ ਸਹਾਇਤਾ ਦੇ ਬਿਨਾਂ, ਉਹਨਾਂ ਦੀ ਛਤਰ ਛਾਇਆ ਦੇ ਬਿਨਾਂ ਕੋਈ ਵੀ ਜਿਹੜਾ ਗੈਂਗਸਟਰ ਹੈ, ਚਾਹੇ ਗੈਂਗ ਹੈ, ਉਹ ਡਿਵੈਲਪ ਨਹੀਂ ਕਰ ਸਕਦਾ। ਸੋ ਇਹ ਜਿਹੜੀ ਇੱਕ ਥਿਊਰੀ ਜਿਹੜੀ ਹੈਗੀ ਹੈ ਲਗਾਤਾਰ ਸਾਹਮਣੇ ਆ ਰਹੀ ਹੈ। ਸੋ ਇਹੀ ਗੱਲ ਹੁਣ ਵਾਪਰ ਰਹੀ ਹੈ, ਜਿਵੇਂ ਪਿਛਲੇ 10 ਸਾਲਾਂ ਦੇ ਵਿੱਚ ਇੱਥੇ ਸਾਰਾ ਕੁਝ ਚੱਲਦਾ ਰਿਹਾ ਔਰ ਸਾਡੇ ਜਿਹੜੇ ਰਾਜਨੀਤੀਵਾਨ ਨੇ ਉਹ ਉਹਨਾਂ ਨੂੰ ਪਨਾਹ ਦਿੰਦੇ ਰਹੇ ਨੇ ਔਰ ਵੱਡੇ ਵੱਡੇ ਨਾਮ ਜਿਹੜੇ ਨੇ ਉਸ ਵੇਲੇ ਉਹ ਵੀ ਸਾਹਮਣੇ ਆਉਂਦੇ ਰਹੇ ਨੇ ਵੱਖ-ਵੱਖ ਜਿਹੜੀਆਂ ਸੀ ਸਿਆਸੀ ਪਾਰਟੀਆਂ ਦੇ। ਸੋ ਉਹੀ ਗੱਲ ਜਿਹੜੀ ਹੈਗੀ ਆ ਹੁਣ ਸਾਹਮਣੇ ਆ ਰਹੀ ਹੈ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਫਰਕ ਕੋਈ ਨਹੀਂ ਪਿਆ। ਜਿਸ ਕਿਸਮ ਦੀ ਅਕਾਲੀ ਦਲ ਜਿਹੜੀ ਹੈਗੀ ਆ ਬਾਦਲ ਸਾਹਿਬ ਦੇ ਸਮੇਂ ਇਹ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਸੀਗੀਆਂ, ਉਸੇ ਤਰ੍ਹਾਂ ਹੁਣ ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਨੇ। ਸੋ ਫਰਕ ਤਾਂ ਹੀ ਪਏਗਾ ਜੇ ਨੀਤ ਔਰ ਨੀਤੀ ਹੋਏਗੀ। ਜੇ ਤੁਹਾਡੇ ਕੋਲ ਨੀਤ ਔਰ ਨੀਤੀ ਨਹੀਂ ਹੈ ਤਾਂ ਤੁਸੀਂ ਪੰਜਾਬ ਦੀ ਜਿਹੜੀ ਇਹ ਆਬੋ ਹਵਾ ਹੈ ਉਸ ਨੂੰ ਖਰਾਬ ਕਰਨ ਦੀ ਜਿਹੜੀ ਹੈਗੀ ਲੋਕ ਕੋਸ਼ਿਸ਼ ਕਰ ਰਹੇ ਨੇ। ਇਸ ਤੋਂ ਇਕੱਲਾ ਇਹੀ ਨਹੀਂ ਹੈ, ਹੋਰ ਬਹੁਤ ਸਾਰੀਆਂ ਸਮੱਸਿਆਵਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਨੇ ਉਹਨਾਂ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਖਾਸ ਤੌਰ ਤੇ ਜਿਹੜਾ ਹੈਗਾ ਧਰਮ ਦਾ ਪੱਤਾ ਖੇਡਿਆ ਜਾ ਰਿਹਾ ਹੈ ਜਾਂ ਪ੍ਰੇਮੀਆਂ ਦਾ ਜਿਹੜਾ ਹੈਗਾ ਪ੍ਰੇਮੀ ਵਰਸਸ ਸਿੱਖਾਂ ਦਾ ਪੱਤਾ ਜਿਹੜਾ ਹੈਗਾ ਉਹ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਪੰਜਾਬ ਦੀ ਅਮਨ ਔਰ ਸ਼ਾਂਤੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਨੇ ਵੱਖ-ਵੱਖ ਧਿਰਾਂ ਜਿਹੜੀਆਂ ਨੇ ਇਸ ਵੇਲੇ ਲੱਗੀਆਂ ਹੋਈਆਂ ਨੇ ਔਰ ਸਾਨੂੰ ਇਸ ਗੱਲ ਦੀ ਜਿਹੜੀ ਹੈਗੀ ਇਸ ਗੱਲ ਤੋਂ ਸੁਚੇਤ ਹੋਣ ਦੀ ਲੋੜ ਹੈ। ਕੈਪਟਨ ਸਾਹਿਬ ਨੂੰ ਵੀ ਸੁਚੇਤ ਹੋਣ ਦੀ ਲੋੜ ਹੈ। ਕੈਪਟਨ ਸਾਹਿਬ ਨੂੰ ਕੋਈ ਨਾ ਕੋਈ ਜਿਹੜੇ ਨੇ ਜੋ ਇਹ ਗੱਲਾਂ ਹੋ ਰਹੀਆਂ ਨੇ ਉਹਦੇ ਤੋਂ ਸੁਚੇਤ ਹੋ ਕੇ ਕਾਰਵਾਈ ਜਿਹੜੀ ਹੈਗੀ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਪੰਜਾਬ ਹਮੇਸ਼ਾ ਹੀ ਅਮਨ ਸ਼ਾਂਤੀ ਦਾ ਦੂਤ ਰਿਹਾ। ਅਮਨ ਸ਼ਾਂਤੀ ਇੱਥੇ ਜਿਹੜੀ ਹੈਗੀ ਹੈ ਹਮੇਸ਼ਾ ਲੋਕ ਚਾਹੁੰਦੇ ਨੇ ਔਰ ਤਾਂ ਹੀ ਇੱਥੋਂ ਦਾ ਵਪਾਰ, ਤਾਂ ਹੀ ਉਹ ਇੱਥੇ ਦੀ ਇੰਡਸਟਰੀ, ਤਾਂ ਹੀ ਉਹ ਇੱਥੇ ਦਾ ਬਿਜ਼ਨਸ, ਤਾਂ ਹੀ ਇੱਥੇ ਦੀ ਖੇਤੀਬਾੜੀ ਜਿਹੜੀ ਹੈਗੀ ਹੈ ਡਿਵੈਲਪ ਹੋ ਸਕਦੀ ਹੈ। ਜੇ ਇੱਥੇ ਸ਼ਾਂਤੀ ਔਰ ਅਮਨ ਭੰਗ ਹੁੰਦਾ ਹੈ ਤਾਂ ਸਾਡਾ ਜਿਹੜਾ ਹੈਗਾ ਬਹੁਤ ਕੁਝ ਦਾਅ ਤੇ ਲੱਗ ਜਾਂਦਾ। ਸੋ ਇਸ ਕਰਕੇ ਕੈਪਟਨ ਸਾਹਿਬ ਨੂੰ ਹੁਣ ਜ਼ਰੂਰ ਇਹਨਾਂ ਦੇ ਉੱਤੇ ਕਾਰਵਾਈ ਕਰਨੀ ਚਾਹੀਦੀ ਹੈ। ਜੀ ਸੁਖਿੰਦਰ ਜੀ। ਦੂਜੇ ਪਾਸੇ ਨੇਪਾਲ ਦੀ ਜੇਕਰ ਗੱਲ ਕਰੀਏ, ਨੇਪਾਲ ਦੀ ਸੰਸਦ ਸਮੇਂ ਤੋਂ ਪਹਿਲਾਂ ਜਿਹੜੀ ਭੰਗ ਹੋ ਗਈ ਹੈ। ਜਿਹੜੇ ਉੱਥੋਂ ਪ੍ਰਧਾਨ ਮੰਤਰੀ ਸੀ KP ਸ਼ਰਮਾ ਓਲੀ ਤੇ ਉਹਨਾਂ ਦੀ ਸਰਕਾਰ ਜਿਹੜੀ ਭੰਗ ਕੀਤੀ ਗਈ ਹੈ ਤੇ ਰਾਸ਼ਟਰਪਤੀ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ, ਜਿਹੜੇ ਉੱਥੋਂ ਦੇ ਵਿਦਿਆ ਦੇਵੀ ਭੰਡਾਰੀ ਜਿਹੜੇ ਰਾਸ਼ਟਰਪਤੀ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਕਿ ਵਿਰੋਧੀ ਧੜਾ ਵੀ ਇੰਨੀ ਸਥਿਤੀ ਦੇ ਵਿੱਚ ਹੈ ਨਹੀਂ ਜਿਹੜਾ ਸਰਕਾਰ ਬਣਾ ਸਕੇ। ਕੀ ਕਾਰਨ ਰਿਹਾ ਕਿ ਸਮੇਂ ਤੋਂ ਪਹਿਲਾਂ ਸਰਕਾਰ ਭੰਗ ਹੋ ਚੁੱਕੀ ਹੈ ਤੇ ਹੁਣ ਜਿਹੜੀਆਂ ਚੋਣਾਂ ਵੀ ਹੋ ਰਹੀਆਂ ਨੇ ਨਵੰਬਰ ਦੇ ਵਿੱਚ? ਸੁਖਵਿੰਦਰ ਜੀ, ਇਹ ਜਿਹੜੀ ਸਰਕਾਰ ਦਾ ਭੰਗ ਹੋਣਾ ਨੇਪਾਲ ਦੇ ਵਿੱਚ ਇਹ ਹੁਣ ਦੂਜੀ ਵਾਰੀ ਹੋਇਆ। ਪਹਿਲਾਂ ਵੀ ਦਸੰਬਰ ਦੇ ਵਿੱਚ ਜਿਹੜੀ ਹੈਗੀ ਇੱਕ ਵਾਰੀ ਏਦਾਂ ਹੀ ਭੰਗ ਹੋ ਚੁੱਕੀ ਸੀ। ਕਿਉਂਕਿ ਉਹਦਾ ਕਾਰਨ ਇਹ ਹੈ ਕਿ ਜਿਹੜੀ ਨੇਪਾਲ ਦੀ ਇਸ ਵੇਲੇ ਜਿਹੜੀ ਪੋਲੀਟੀਕਲ ਸਿਨੈਰੀਓ ਹੈ ਉਹਦੇ ਵਿੱਚ ਕਈ ਪਾਰਟੀਆਂ ਦੀ ਜਿਹੜਾ ਹੈਗਾ ਗੱਠਜੋੜ ਹੈ। ਜਿਵੇਂ ਹੁਣ ਮੰਨ ਲਓ ਮੌਜੂਦਾ ਜਿਹੜੀ ਤੁਸੀਂ ਓਲੀ ਸਾਹਿਬ ਦੀ ਗੱਲ ਕਰ ਰਹੇ ਹੋ, ਇਹ ਕਮਿਊਨਿਸਟ ਪਾਰਟੀ ਆਫ ਨੇਪਾਲ ਦੇ ਜਿਹੜੇ ਨੇ ਉਹ ਵੱਡੇ ਲੀਡਰ ਰਹੇ ਨੇ ਔਰ ਹੁਣ ਵੀ ਹੈਗੇ ਨੇ।
ਸੋ ਇਹਨਾਂ ਨੇ ਉੱਥੋਂ ਦੀ ਜਿਹੜੀ ਮਾਓਇਸਟ ਪਾਰਟੀ ਹੈ ਪ੍ਰਚੰਡ ਹੋਰਾਂ ਦੀ, ਉਹਨਾਂ ਨਾਲ ਮਿਲ ਕੇ ਇਹਨਾਂ ਨੇ ਸਰਕਾਰ ਬਣਾਈ। ਪਰ ਦਿੱਕਤ ਇਹ ਆ ਗਈ ਕਿ ਪ੍ਰਚੰਡ ਹੋਰਾਂ ਨੂੰ ਜਾਂ ਮਾਓਇਸਟ ਜਿਹੜੀ ਪਾਰਟੀ ਨੂੰ ਇਹ ਲੱਗਿਆ ਕਿ ਇਹ ਆਪਣੀਆਂ ਚੰਮ ਦੀਆਂ ਚਲਾਉਣੀਆਂ ਚਲਾ ਰਹੇ ਨੇ, ਔਰ ਇਹਨਾਂ ਨੇ ਲਗਾਤਾਰ ਕੋਸ਼ਿਸ਼ ਕੀਤੀ ਕਿ ਭਾਈ ਤੁਸੀਂ ਆਪਣੀਆਂ ਚੰਮ ਦੀਆਂ ਨਾ ਚਲਾਓ, ਕਿਉਂਕਿ ਅਸੀਂ ਵੀ ਤੁਹਾਡੇ ਨਾਲ ਭਾਈਵਾਲ ਪਾਰਟੀ ਆ, ਤੁਸੀਂ ਸਾਨੂੰ ਨਾਲ ਲੈ ਕੇ ਚੱਲੋ। ਪਰ ਓਲੀ ਸਾਹਿਬ ਨੇ ਉਹਨਾਂ ਦੀ ਕੋਈ ਨਹੀਂ ਸੁਣੀ, ਔਰ ਇਸ ਕਰਕੇ ਬਾਰ-ਬਾਰ ਇਹ ਜਿਹੜਾ ਸੰਵਿਧਾਨਕ ਸੰਕਟ ਆਉਣਾ ਸ਼ੁਰੂ ਹੋਇਆ। ਔਰ ਜਿਹੜੀ ਮਾਓਇਸਟ ਪਾਰਟੀ ਆ ਉੱਥੋਂ ਦੀ, ਜਾਂ ਉੱਥੋਂ ਦੇ ਹੋਰ ਜਿਹੜੇ ਥੋੜੇ ਬਹੁਤ ਛੋਟੇ-ਛੋਟੇ ਗਰੁੱਪ ਇਹਨਾਂ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਇਹਨਾਂ ਨੇ ਚੇਤਾਵਨੀ ਦਿੱਤੀ ਕਿ ਅਸੀਂ, ਜੇ ਤੁਸੀਂ ਆਪਣੀ ਮਨਮਰਜ਼ੀਆਂ ਕਰੋਗੇ ਤਾਂ ਅਸੀਂ ਆਪਣੀ ਜਿਹੜੀ ਤੁਹਾਨੂੰ ਅਸੀਂ ਸਹਾਇਤਾ ਦੇ ਰਹੇ ਹਾਂ, ਅਸੀਂ ਉਹ ਖਿੱਚ ਲਾਂਗੇ ਆਪਣੀ। ਸੋ ਇਸ ਕਰਕੇ ਉਹਨਾਂ ਨੇ ਪਰਵਾਹ ਨਹੀਂ ਕੀਤੀ। ਪਿਛਲੇ ਦਿਨਾਂ ਦੇ ਵਿੱਚ ਜਿਹੜੀ ਵੱਡੀ ਘਟਨਾ ਇਹ ਵਾਪਰੀ ਕਿ ਉੱਥੋਂ ਦੀ ਸੁਪਰੀਮ ਕੋਰਟ ਦੇ ਜੱਜ, ਜਾਂ ਉਹ ਉੱਥੋਂ ਦੇ ਜਿਹੜੇ ਮੇਨ ਅਹੁਦੇ ਹੁੰਦੇ ਨੇ, ਉਹਦੇ ਵਿੱਚ 5 ਵੱਡੇ ਅਹੁਦੇ ਨੇ, ਉਹਦੀ ਜਿਹੜੀ ਗਠਨ ਹੈ ਉਹ ਪ੍ਰਧਾਨ ਮੰਤਰੀ ਦੇ ਦੁਆਰਾ ਹੁੰਦਾ ਹੈ, ਔਰ ਉਹ ਸਾਰਿਆਂ ਨੂੰ ਮਿਲਾ ਕੇ ਜਿਹੜਾ ਹੈਗਾ ਉਹ ਬਣਾਉਣਾ ਹੁੰਦਾ ਹੈ ਉਹਨੇ। ਪਰ ਇੱਥੇ ਕੀ ਹੈ, ਓਲੀ ਜੀ ਨੇ ਜਿਹੜਾ ਇੱਕ ਵੱਡਾ ਖਤਰਾ ਇਹ ਮੁੱਲ ਲੈ ਲਿਆ ਕਿ 5 ਦੇ 5 ਅਹੁਦੇ ਉਹਨੇ ਆਪਣੇ ਮੁਤਾਬਕ ਉਹਨਾਂ ਨੇ ਲਾਤੇ ਅਹੁਦੇਦਾਰ, ਕਿਉਂਕਿ ਆਪਣੀ ਪਾਰਟੀ ਦੇ ਜਾਂ ਆਪਣੇ ਉਹਨਾਂ ਨੂੰ ਜੋ ਮਨਪਸੰਦ ਸੀਗੇ ਉਹ ਬੰਦੇ ਉਹਨਾਂ ਨੇ ਨਿਯੁਕਤ ਕਰਤੇ। ਉਹਦੇ ਕਰਕੇ ਕੀ ਹੋ ਗਿਆ ਕਿ ਇੱਥੇ ਬੜਾ ਵੱਡਾ ਇੱਕ ਜਿਹੜਾ ਹੈਗਾ ਸੰਕਟ ਖੜਾ ਹੋ ਗਿਆ। ਚਾਹੇ ਉਹ ਮਾਓਇਸਟ ਜਿਹੜੇ ਸੀਗੇ, ਉਹਨਾਂ ਨੇ ਕਿਹਾ ਕਿ ਅਸੀਂ ਹੁਣ ਜਿਹੜਾ ਹੈਗਾ ਅਸੀਂ ਤੁਹਾਨੂੰ ਨਹੀਂ ਮੰਨਦੇ, ਅਸੀਂ ਪ੍ਰਧਾਨ ਮੰਤਰੀ ਨਹੀਂ ਮੰਨਣਾ, ਅਸੀਂ ਆਪਣਾ ਜਿਹੜਾ ਹੈਗਾ ਤੁਹਾਨੂੰ ਜੋ ਸਮਰਥਨ ਦਿੱਤਾ ਹੈ ਉਹ ਅਸੀਂ ਵਾਪਸ ਲੈਂਦੇ ਹਾਂ। ਇਸੇ ਤਰ੍ਹਾਂ ਜਿਹੜੇ ਛੋਟੇ-ਛੋਟੇ ਹੋਰ ਗਰੁੱਪ ਸੀਗੇ ਉਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਸਮਰਥਨ ਲੈ ਲੈਂਦੇ ਹਾਂ। ਇਸ ਕਰਕੇ ਇਹਨਾਂ ਨੂੰ ਮੌਕਾ ਦਿੱਤਾ ਗਿਆ 15 ਦਿਨ ਦਾ, ਪਰ ਇਹ ਆਪਣੀ ਜਿਹੜੀ ਹੈਗੀ ਹੈ ਬਹੁਮਤ ਆਪਣੀ ਉਸ ਰਾਸ਼ਟਰਪਤੀ ਨੂੰ ਨਹੀਂ ਕਰ ਸਕੇ, ਉੱਥੇ ਨਹੀਂ ਕਰ ਸਕੇ। ਸੋ ਉਹਦੇ ਕਰਕੇ ਅਖੀਰ ਨੂੰ ਫਿਰ ਰਾਸ਼ਟਰਪਤੀ ਨੂੰ ਇਹ ਜਿਹੜਾ ਹੈਗਾ ਆਰਡਰ ਦੇਣਾ ਪਿਆ ਕਿ ਹੁਣ ਮੈਂ ਜਿਹੜੀਆਂ ਮੱਧਕਾਲੀਨ ਚੋਣਾਂ ਨੇ ਨਵੰਬਰ ਦੇ ਵਿੱਚ ਇਸੇ ਸਾਲ, ਉਹ ਉਹਨਾਂ ਨੇ ਡੇਟਾਂ ਫਿਕਸ ਕਰਤੀਆਂ। ਪਰ ਉਮੀਦ ਇੱਥੇ ਇਹ ਵੀ ਲਾਈ ਜਾ ਰਹੀ ਹੈ ਕੁਝ ਜਿਹੜੇ ਸਿਆਸੀ ਮਾਹਿਰ ਨੇ ਕਿ ਜਿਵੇਂ ਪਹਿਲਾਂ ਸੁਪਰੀਮ ਕੋਰਟ 'ਚ ਜਾ ਕੇ ਉਹਨਾਂ ਨੇ ਇਸ ਨੂੰ ਰੱਦ ਕਰਵਾ ਦਿੱਤਾ ਸੀਗਾ ਔਰ ਮੱਧਕਾਲੀ ਚੋਣਾਂ ਰੱਦ ਹੋ ਗਈਆਂ ਸੀਗੀਆਂ, ਦੁਬਾਰਾ ਓਲੀ ਜੀ ਨੂੰ ਮੌਕਾ ਮਿਲਿਆ ਸੀਗਾ। ਹੋ ਸਕਦਾ ਕਿ ਸੁਪਰੀਮ ਕੋਰਟ 'ਚ ਕੁਝ ਲੋਕ ਚਲੇ ਜਾਣ ਔਰ ਇਹ ਦੁਬਾਰਾ ਕੋਈ ਉੱਥੇ ਨਵਾਂ ਕੋਈ ਹੋਰ ਸੁਪਰੀਮ ਕੋਰਟ ਦਾ ਕੋਈ ਆਰਡਰ ਆ ਜਾਏ। ਸੋ ਇਦਾਂ ਦੀਆਂ ਸੰਭਾਵਨਾਵਾਂ ਵੀ ਹੋ ਸਕਦੀਆਂ ਨੇ। ਪਰ ਜੇ ਇਹ ਚੀਜ਼ ਬਹੁਮਤ ਹੈ ਨਹੀਂ ਭੀਮਿੰਦਰ ਜੀ, ਫਿਰ ਦੁਬਾਰਾ ਉਹਨਾਂ ਨੂੰ ਕਿਵੇਂ ਮੌਕਾ ਮਿਲ ਸਕਦਾ? ਮੌਕਾ ਇਸ ਤਰ੍ਹਾਂ ਹੁੰਦਾ ਕਿ ਜਿਹੜੀ ਪਾਰਟੀ ਬਣੀ ਸੀਗੀ ਇਹ ਸਾਂਝੇ ਤੌਰ ਤੇ ਚੋਣ ਲੜੀ ਸੀਗੀ, ਇਹ ਨਹੀਂ ਕਿ ਬਾਅਦ ਦੇ ਵਿੱਚ ਗੱਠਜੋੜ ਹੋਇਆ ਸੀਗਾ। ਚਾਹੇ ਉਹ ਕਮਿਊਨਿਸਟ ਪਾਰਟੀ ਆਫ ਨੇਪਾਲ ਸੀਗੀ, ਚਾਹੇ ਮਾਓਇਸਟ ਜਿਹੜੀ ਪਾਰਟੀ ਹੈ ਉਹ ਸੀਗੀ, ਇਹਨਾਂ ਨੇ ਇੱਕੋ ਹੀ ਪਾਰਟੀ ਬਣਾ ਲਈ ਸੀ ਪਹਿਲਾਂ ਹੀ। ਇਹ ਮਤਲਬ ਚੋਣਾਂ ਤੋਂ ਪਹਿਲਾਂ ਦਾ ਗੱਠਜੋੜ ਹੈ। ਜੇ ਤਾਂ ਹੁੰਦਾ ਨਾ ਚੋਣਾਂ ਤੋਂ ਬਾਅਦ ਵਾਲਾ ਗੱਠਜੋੜ, ਫਿਰ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਜਿਹੜੇ ਨੇ ਵੱਖਰੇ ਵੱਖਰੇ ਨੇ। ਪਰ ਇਸ ਕਰਕੇ ਜਿਹੜੀ ਸੁਪਰੀਮ ਕੋਰਟ ਇਹ ਕਹਿ ਸਕਦੀ ਹੈ ਕਿ ਇਸ ਵੇਲੇ ਕਰੋਨਾ ਦਾ ਦੌਰ ਹੈ, ਇਸ ਵੇਲੇ ਕਰੋਨਾ ਦੇ ਲੋਕ ਜਿਹੜੇ ਨੇ ਮਾਰਾਮਾਰੀ ਦੇ ਵਿੱਚ ਫਸੇ ਹੋਏ ਨੇ, ਕਿਰਪਾ ਕਰਕੇ ਤੁਸੀਂ ਜਿੱਦਾਂ ਦਾ ਤੁਸੀਂ ਚੱਲ ਰਹੇ ਹੋ ਉਸੇ ਤਰ੍ਹਾਂ ਦਾ ਮਤਲਬ ਇਹਨੂੰ ਚਲਾਓ ਅੱਗੇ। ਹੋਰ ਜਦੋਂ ਕਰੋਨਾ ਦਾ ਦੌਰ ਥੋੜਾ ਠੱਲ ਜਾਏਗਾ ਉਸ ਤੋਂ ਬਾਅਦ ਇਹਦੇ ਬਾਰੇ ਸੋਚਿਆ ਜਾ ਸਕਦਾ ਹੈ। ਸੋ ਉਮੀਦ ਜਿਹੜੀ ਹੈਗੀ ਜਿਵੇਂ ਪਿਛਲੇ ਵਾਰੀ ਸੁਪਰੀਮ ਕੋਰਟ ਨੇ ਇਹ ਉਹਨਾਂ ਨੂੰ ਕਿਹਾ ਸੀਗਾ ਕਿ 6 ਮਹੀਨੇ ਹੋਰ ਕੱਟ ਲਓ, ਤਾਂ ਹੋ ਸਕਦਾ ਹੈ ਕਿ ਕੁਝ ਸਮਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਹੋਰ ਕਰੋਨਾ ਦੇ ਕਰਕੇ ਜਿਹੜਾ ਹੈਗਾ ਹੋਰ ਮਿਲ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ। ਜੀ ਸੁਖਵਿੰਦਰ ਜੀ। ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਅਹਿਮ ਖਬਰਾਂ ਤੇ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਵਿਸਤਾਰਪੂਰਵਕ ਇਹਨਾਂ ਖਬਰਾਂ ਦੇ ਉੱਪਰ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ। ਇੱਕ ਗੱਲ ਜਿਹੜੀ ਹੈ ਤੁਹਾਡੇ ਸਾਹਮਣੇ ਰੱਖਣ ਦੀ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਡਾਕਟਰ ਭੀਮਿੰਦਰ ਹੋਰਾਂ ਦੇ ਜਿਹੜੇ ਵਿਚਾਰ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।